ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸਭਾਏ ਮਾਨ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਪਾਂ ਵਡ ਭਾਗੀ ਹਾਂ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀ ਲਵਾ ਕੇ ਸਤਿਗੁਰਾਂ ਜੀ ਦੀ ਇਲਾਹੀ ਬਾਣੀ, ਰੱਬੀ ਬਾਣੀ, ਧੁਰਤੀ ਬਾਣੀ ਦੇ ਕੀਰਤਨ ਦੇ ਨਾਲ ਜੁੜਦਿਆਂ ਹੋਇਆ ਆਪਣੀਆਂ ਅਮੋਲਕ ਘੜੀਆਂ ਨੂੰ, ਆਪਣੀਆਂ ਅਮੋਲਕ ਸਵਾਸਾਂ ਨੂੰ ਸਫਲਾ ਬਣਾਉਣਾ ਕਰ ਰਹੇ ਹਾਂ। ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ, ਪਿਛਲੇ ਦਿਨਾਂ ਤੋਂ ਆਪਾਂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਸ਼ਲੋਕ ਮਹੱਲੇ 9 ਦੀ ਵਿਚਾਰ ਆਰੰਭ ਕੀਤੀ ਹੋਈ ਹੈ। ਅੱਜ ਆਪਾਂ ਸ਼ਲੋਕ 7ਵੇਂ ਅਤੇ 8ਵੇਂ ਦੀ ਵਿਚਾਰ ਕਰਨੀ ਹੈ, ਕਿਉਂਕਿ ਇਹਨਾਂ ਦੋਨਾਂ ਸ਼ਲੋਕਾਂ ਦਾ ਪ੍ਰਕਰਣ ਵਿਚਾਰ ਇੱਕ ਹੀ ਚੱਲੇਗੀ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਓ ਆਪਾਂ ਸਾਰੇ ਆਪਣੀਆਂ ਮਨ ਅਤੇ ਬਿਰਤੀਆਂ ਨੂੰ ਇਕਾਗਰ ਚਿੱਤ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆਪਣੇ ਧਿਆਨ ਨੂੰ ਟਿਕਾ ਕੇ ਬੇਨਤੀ ਕਰੀਏ। ਗੁਰੂ ਪਾਤਸ਼ਾਹ ਜੀ ਮਹਾਰਾਜ ਆਪ ਹੀ ਕਿਰਪਾ ਕਰਨ, ਮਹਿਰਾਮਤ ਕਰਨ, ਵਿੱਚ ਵਰਤ ਕੇ ਆਪਣੇ ਬਚਨਾਂ ਦੀ ਵਿਚਾਰ ਸਹੀ ਤਰੀਕੇ ਦੇ ਨਾਲ ਕਰਾ ਲੈਣ ਜੀ। ਹੁਣ ਆਪਾਂ ਉਹਨਾਂ ਦੋਹਾਂ ਸ਼ਲੋਕਾਂ ਦਾ ਪਾਠ ਕਰਨਾ ਹੈ। 7ਵਾਂ ਅਤੇ 8ਵਾਂ ਸ਼ਲੋਕ ਹੈ। 9ਵੇਂ ਪਾਤਸ਼ਾਹ ਜੀ ਬਚਨ ਕਰ ਰਹੇ ਨੇ, ਤਨ ਧਨ ਜਿਹੇ ਤੋ ਕੋ ਦਿਓ, ਤਾਸਿਓ ਨੇਹੋ ਨ ਕੀਨ, ਕਹੋ ਨਾਨਕ ਨਰ ਬਾਬ ਦੇ, ਅਬ ਕਿਉਂ ਦੌਲਤ ਦੀਨ। ਅਗਲਾ ਬਚਨ ਹੈ, ਧਨ ਧਨ ਸੰਪੈ ਸੁਖ ਦਿਓ, ਅਰ ਜੇ ਨਿਕੇ ਧਾਮ, ਕਹੋ ਨਾਨਕ ਸੁਨ ਰੇ ਮਨਾ, ਸਿਮਰਤ ਕਾਹੇ ਨਾ ਰਾਮ। ਸਤਿਗੁਰੂ ਜੀ ਇਹਨਾਂ ਬਚਨਾਂ ਦੇ ਰਾਹੀਂ ਸਾਨੂੰ ਉਪਦੇਸ਼ ਕਰ ਰਹੇ ਨੇ। ਪਹਿਲੇ ਬਚਨ ਦੇ ਵਿੱਚ ਅੱਖਰ ਆਇਆ ਹੈ ਤਨ। ਤਨ ਤੋਂ ਭਾਵ ਹੈ ਸਾਡਾ ਆਪਣਾ ਸਰੀਰ, ਧਨ ਤੋਂ ਭਾਵ ਹੈ ਦੌਲਤ। ਜਿਸ ਪਰਮਾਤਮਾ ਨੇ ਤੈਨੂੰ ਸੋਹਣਾ ਸਰੀਰ ਦਿੱਤਾ ਹੈ, ਇਸ ਸੰਸਾਰ ਦੇ ਵਿੱਚ ਵਿਚਰਨ ਵਾਸਤੇ ਤੈਨੂੰ ਦੌਲਤ ਦਿੱਤੀ ਹੈ, ਤਾਂ ਸਿਓ ਨੇਹੋ ਨਾ ਕੀਨ, ਤੂੰ ਕਿਉਂ ਉਸ ਪਰਮਾਤਮਾ ਦੇ ਨਾਲ ਨਹੀਂ ਕਰਦਾ, ਕਿਉਂ ਤੂੰ ਉਸ ਦੇ ਨਾਲ ਪਿਆਰ ਨੂੰ ਨਹੀਂ ਪਾਉਂਦਾ। ਕਹੋ ਨਾਨਕ ਨਰ ਬਾਬੁਰੇ, ਅਬ ਕਿਉਂ ਦੌਲਤ ਦੀਨ। ਸਤਿਗੁਰੂ ਜੀ ਸਮਝਾਉਂਦੇ ਨੇ, ਹੇ ਬਾਬੁਰੇ ਮਨੁੱਖ, ਹੇ ਝੱਲੇ ਮਨੁੱਖ, ਜਦੋਂ ਸਮਾਂ ਨਿਕਲ ਜਾਂਦਾ ਹੈ, ਦੀਨ ਤੋਂ ਭਾਵ ਹੈ ਉਸ ਵੇਲੇ ਤੂੰ ਘਬਰਾਨਾ ਹੈ, ਸਮੇਂ ਸਿਰ ਤੂੰ ਸ਼ੁਕਰਾਨੇ ਨੂੰ ਭੁੱਲ ਜਾਣਾ ਹੈ। ਅਗਲੇ ਬਚਨ ਦੇ ਵਿੱਚ ਸਤਿਗੁਰੂ ਜੀ ਕਰ ਰਹੇ ਨੇ, ਧਨ ਧਨ ਸੰਪੈ। ਤਨ ਤੋਂ ਪਾਓ ਤੇ ਧਨ ਤੋਂ ਪਾਓ ਆਪਾਂ ਪਹਿਲਾਂ ਵਿਚਾਰ ਦੱਸ ਦਿੱਤੀ। ਸਰੀਰ ਅਤੇ ਤਨ ਸੰਪੈ ਤੋਂ ਪਾਓ ਹੈ ਜ਼ਮੀਨ ਜਾਇਦਾਦ ਹੋਏ ਭਾਂਡਾ, ਜਿੰਨੇ ਵੀ ਸਾਡੇ ਸੁੱਖ ਦੇ ਪਦਾਰਥ ਨੇ, ਜੋ ਵੀ ਸਾਡੇ ਕੋਲ ਸੰਪਤੀ ਹੈ,
ਤਨ ਤਨ ਸੰਪੈ ਸੁਖ ਦਿਓ ਤੈਨੂੰ। ਇਹਨਾਂ ਸਾਰੇ ਪਦਾਰਥਾਂ ਦੇ ਪਰਮਾਤਮਾ ਨੇ ਸੁਖ ਦਿੱਤੇ ਨੇ। ਅਰ ਜੇ ਨਿਕੇ ਤਾਮ, ਨਿਕੇ ਤੋਂ ਭਾਉ ਹੈ ਸੋਹਣੇ, ਤਾਮ ਤੋਂ ਭਾਉ ਹੈ ਮਕਾਨ, ਤੈਨੂੰ ਸੋਹਣਾ ਘਰ ਦਿੱਤਾ ਹੈ। ਕਹੋ ਨਾਨਕ ਸੁਨ ਰੇ ਮਨਾ, ਸਿਮਰਤ ਕਹੇ ਨ ਰਾਮ। ਨਵੇਂ ਪਾਸਾ ਜੀ ਆਖਦੇ ਨੇ, ਹੇ ਮੇਰੇ ਮਨਾ ਬੇਨਤੀ ਨੂੰ ਸੁਣ, ਤੂੰ ਕਿਉਂ ਉਸ ਪਰਮਾਤਮਾ ਨੂੰ ਨਹੀਂ ਸਿਮਰਦਾ। ਰਾਮ ਤੋਂ ਭਾਉ ਹੈ ਰਮਿਆ ਹੋਇਆ, ਜੋ ਸਾਰੀ ਸ੍ਰਿਸ਼ਟੀ ਦੇ ਵਿੱਚ ਵਸਿਆ ਹੋਇਆ ਹੈ। ਇਹ ਪਦਾਰਥਾਂ ਦਾ ਸੁਖ ਮਾਣ ਕੇ ਤੂੰ ਕਿਉਂ ਉਸ ਪਰਮਾਤਮਾ ਦੇ ਨਾਲ ਆਪਣੇ ਪਿਆਰ ਨੂੰ ਨਹੀਂ ਪਾਉਂਦਾ। ਪਿਛਲੇ ਜਿਹੜੇ ਸ਼ਲੋਕ ਆਏ ਸੀ ਉਹਨਾਂ ਦੇ ਵਿੱਚ ਆਪਾਂ ਦੌਲਤ ਦੀ ਗੱਲ ਬਹੁਤਾਤ ਕੀਤੀ ਸੀ, ਪਰ ਇਸ ਦੇ ਵਿੱਚ ਸਤਿਗੁਰੂ ਜੀ ਦਾ ਪਹਿਲਾ ਵਚਨ ਹੈ ਤਨ। ਸਤਿਗੁਰੂ ਜੀ ਸਮਝਾਉਂਦੇ ਨੇ, ਜੇ ਤੂੰ ਦੁਨੀਆਵੀ ਪਦਾਰਥ ਇਕੱਤਰ ਕਰਕੇ ਸਤਿਗੁਰੂ ਜੀ ਦਾ ਸ਼ੁਕਰਾਨਾ ਨਹੀਂ ਕਰਦਾ, ਫਿਰ ਤੂੰ ਉਸ ਪਰਮਾਤਮਾ ਦੇ ਸ਼ੁਕਰਾਨੇ ਦੇ ਵਿੱਚ ਇਸ ਗੱਲੋਂ ਹੀ ਜੁੜ ਜਾ। ਤੈਨੂੰ ਸੋਹਣਾ ਸਰੀਰ ਦਿੱਤਾ ਹੈ, ਸਭ ਕੁਝ ਤੂੰ ਕਰ ਸਕਦਾ ਹੈ, ਤੁਰ ਫਿਰ ਸਕਦਾ ਹੈ, ਚੱਲ ਸਕਦਾ ਹੈ। ਇਸ ਜੂਨ ਦੇ ਵਿੱਚ ਤੂੰ ਹਰ ਚੀਜ਼ ਦੀ ਪ੍ਰਾਪਤੀ ਕਰ ਸਕਦਾ ਹੈ। ਦੂਜੀਆਂ ਜੂਨਾਂ ਟੇਡੀਆਂ ਮੇਡੀਆਂ ਨੇ, ਉਹਨਾਂ ਦੇ ਵਿੱਚ ਪਰਮਾਤਮਾ ਦੀ ਪ੍ਰਾਪਤੀ ਨਹੀਂ। ਇਹ ਮਨੁੱਖ ਜਨਮ ਸਭ ਤੋਂ ਦੁਰਲਭ, ਵੇਦਾਂ ਨੇ ਵੀ ਮੰਨਿਆ ਹੈ, ਗੁਰਬਾਣੀ ਵੀ ਇਸ ਬਾਰੇ ਵਖਿਆਨ ਕਰਦੀ ਹੈ। ਪੰਚਮ ਪਾਤਸ਼ਾਹ ਜੀ ਆਪਣੀ ਬਾਣੀ ਦੇ ਵਿੱਚ ਸਮਝਾਉਂਦੇ ਨੇ, ਦੁਰਲਭ ਦੇ ਭਾਈ ਵਡਭਾਗੀ। ਵੱਡੇ ਭਾਗਾਂ ਦੇ ਨਾਲ ਤੈਨੂੰ ਇਹ ਦੇਹ ਮਿਲੀ ਹੈ, ਇਹ ਸਰੀਰ ਮਿਲਿਆ ਹੈ, ਇਸ ਕਰਕੇ ਹੀ ਸ਼ੁਕਰਾਨਾ ਕਰ। ਜਿੱਥੇ ਕਬੀਰ ਜੀ ਆਖਦੇ ਨੇ, ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰ-ਬਾਰ। ਕਬੀਰ ਜੀ ਸਮਝਾਉਂਦੇ ਨੇ, ਤੈਨੂੰ ਇਹ ਦੁਲੰਭ, ਇਹ ਮਨੁੱਖਾ ਦੇਹੀ ਮਨੁੱਖਾ ਸਰੀਰ ਮਿਲਿਆ ਹੈ, ਬਾਰ-ਬਾਰ ਤੈਨੂੰ ਇਸ ਦੀ ਪ੍ਰਾਪਤੀ ਨਹੀਂ ਹੋਣੀ। ਸ਼ੁਕਰਾਨੇ ਦੇ ਵਿੱਚ ਜੁੜ। ਅਗਾ ਸਤਿਗੁਰੂ ਜੀ ਆਖਦੇ ਨੇ, ਇਸ ਜੂਨ ਦੇ ਵਿੱਚ ਇਸ ਦੇ ਵਿੱਚ ਇੰਨੀ ਤਾਕਤ ਹੈ, ਇੰਨੀ ਇਸ ਨੂੰ ਵਡਿਆਈ ਦਿੱਤੀ ਹੈ। ਬਾਕੀ ਜਿੰਨੀਆਂ ਵੀ ਜੂਨਾਂ ਨੇ ਉਹ ਮਨੁੱਖ ਜੂਨ ਦੇ ਅਧੀਨ ਨੇ, ਉਸ ਦੀਆਂ ਗੁਲਾਮ ਨੇ। ਅਵਰ ਜੋਨ ਤੇਰੀ ਪਨਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। ਹੋਰ ਜਿੰਨੀਆਂ ਵੀ ਜੂਨਾਂ ਨੇ ਉਹ ਸਭ ਮਨੁੱਖ ਜੂਨ ਦੀਆਂ ਗੁਲਾਮ ਨੇ, ਉਹ ਇਹਨਾਂ ਤੋਂ ਕੁਝ ਵੀ ਕਰਾ ਸਕਦਾ ਹੈ। ਤੂੰ ਇਸ ਧਰਤੀ ਦਾ ਸਰਦਾਰ ਹੈ, ਤੂੰ ਸਭ ਦਾ ਮਾਲਿਕ ਇਸ ਦੇ ਵਿੱਚ ਬਣ ਸਕਦਾ ਹੈ। ਪਰ ਜਿਸ ਨੇ ਤੈਨੂੰ ਇੰਨੀ ਸਮਰੱਥਾ ਦਿੱਤੀ ਹੈ, ਇੰਨੀ ਤਾਕਤ ਦਿੱਤੀ ਹੈ, ਤੂੰ ਉਸ ਦਾ ਸ਼ੁਕਰਾਨਾ ਹੀ ਛੱਡ ਦੇਣਾ ਹੈ, ਉਸ ਦੇ ਸ਼ੁਕਰਾਨੇ ਦੇ ਵਿੱਚ ਨਹੀਂ ਜੁੜਦਾ। ਜੇ ਆਪਾਂ ਗੱਲ ਕਰੀਏ, ਸਾਰੇ ਇਦਾਂ ਦੇ ਨਹੀਂ, ਪਰ 80% ਲੋਕ ਨੇ ਜੋ ਸਤਿਗੁਰੂ ਜੀ ਦੀਆਂ ਦਾਤਾਂ ਨੂੰ ਪ੍ਰਾਪਤ ਕਰ ਲੈਂਦੇ ਨੇ ਅਤੇ ਉਸ ਦਾ ਸ਼ੁਕਰਾਨਾ ਭੁੱਲ ਜਾਂਦੇ ਨੇ। ਜਪਜੀ ਸਾਹਿਬ ਦੇ ਵਿੱਚ ਆਪਾਂ ਪੜ੍ਹਦੇ ਹਾਂ, ਸਤਿਗੁਰੂ ਜੀ ਸਮਝਾਉਂਦੇ ਨੇ, ਕੁਝ ਸੂਝਵਾਨ ਇਹੋ ਜਿਹੇ ਨੇ ਜੋ ਦਾਤ ਪ੍ਰਾਪਤ ਕਰਦੇ ਨੇ, ਉਸ ਵੀ ਚੀਜ਼ ਘਰ ਦੇ ਵਿੱਚ ਉਹਨਾਂ ਦੇ ਆਉਂਦੀ ਹੈ, ਸਭ ਤੋਂ ਪਹਿਲਾਂ ਰੱਬ ਦਾ ਸ਼ੁਕਰਾਨਾ ਕਰਦੇ ਨੇ। ਗਾਵੇ ਕੋ ਦਾਤ ਜਾਣੇ ਨਿਸ਼ਾਨ, ਉਹ ਸਿਆਣੇ ਸੱਜਣ ਉਸ ਪਰਮਾਤਮਾ ਦੀ ਦਾਤ ਨੂੰ, ਉਸ ਨੂੰ ਨਿਸ਼ਾਨੀ ਸਮਝ ਕੇ ਉਸ ਦੇ ਸ਼ੁਕਰਾਨੇ ਦੇ ਵਿੱਚ ਉਸ ਦੇ ਗੁਣਾਂ ਨੂੰ ਗਾਇਨ ਕਰਦੇ ਨੇ। ਪਰ ਬਹੁਤਾਤ ਲੋਕ ਉਹ ਨੇ ਜਿਨ੍ਹਾਂ ਨੂੰ ਇਹ ਪਦਾਰਥ ਮਿਲ ਜਾਂਦੇ ਨੇ। ਸਤਿਗੁਰੂ ਜੀ ਸਮਝਾਉਂਦੇ ਨੇ, ਦਾਤ ਪਿਆਰੀ ਵਿਸਰਿਆ ਦਾ ਤਾਰਾ।
ਜਦੋਂ ਦਾਤ ਮਿਲ ਜਾਂਦੀ ਹੈ, ਉਹ ਚੀਜ਼ ਮਿਲ ਜਾਂਦੀ ਹੈ, ਉਸ ਦੇ ਨਾਲ ਮੋਹ ਪਾ ਲੈਂਦਾ ਹੈ ਤੇ ਉਸ ਪਰਿਪੂਰਨ ਪਰਮਾਤਮਾ ਨੂੰ ਭੁੱਲ ਜਾਂਦਾ ਹੈ। ਸਤਿਗੁਰੂ ਜੀ ਇੱਥੋਂ ਤੱਕ ਆਖਦੇ ਨੇ, ਉਸ ਪਰਮਾਤਮਾ ਨੇ ਇਸ ਸ੍ਰਿਸ਼ਟੀ ਦੀ ਮੂਰਤ ਨੂੰ ਬਣਾਇਆ। ਤੂੰ ਇਹ ਦੇਖ ਕਿੰਨੇ ਸੋਹਣੇ ਢੰਗ ਦੇ ਨਾਲ ਇਹ ਸ੍ਰਿਸ਼ਟੀ ਬਣਾਈ ਹੈ, ਇਹ ਤੇਰਾ ਮਨੁੱਖਾ ਸਰੀਰ ਬਣਾਇਆ ਹੈ। ਤੂੰ ਇਸ ਕਰਕੇ ਹੀ ਉਸ ਦੇ ਸ਼ੁਕਰਾਨੇ ਦੇ ਵਿੱਚ ਜੁੜ ਜਾ। ਆਪਾਂ ਅਨੇਕਾਂ ਚਿੱਤਰਕਾਰ ਦੇਖੇ ਹੁੰਦੇ ਨੇ, ਕੋਈ ਕਿਸੇ ਮੂਰਤ ਨੂੰ ਬਣਾ ਦਿੰਦਾ ਹੈ, ਕੋਈ ਪੱਥਰ ਦੇ ਨਾਲ ਮੂਰਤ ਬਣਾ ਦਿੰਦਾ ਹੈ, ਕੋਈ ਪਲਾਸਟਿਕ ਦੇ ਨਾਲ ਬਣਾਉਂਦਾ ਹੈ, ਕੋਈ ਕਾਗਜ਼ ਦੇ ਨਾਲ ਬਣਾਉਂਦਾ ਹੈ। ਇੱਥੋਂ ਤੱਕ ਭਾਂਤ ਭਾਂਤ ਦੀਆਂ ਧਾਤਾਂ ਦੇ ਨਾਲ ਮੂਰਤਾਂ ਬਣਾਈਆਂ ਜਾਂਦੀਆਂ ਨੇ। ਪਰ ਕਬੀਰ ਜੀ ਦਾ ਇੱਕ ਬਚਨ ਆਉਂਦਾ ਹੈ, ਆਖਦੇ ਨੇ, ਜਿਸਨੇ ਇਹ ਸੰਸਾਰ ਦੀ ਮੂਰਤ ਬਣਾਈ ਹੈ, ਤੂੰ ਉਸ ਦਾ ਸ਼ੁਕਰਾਨਾ ਕਰ। ਦੁਨਿਆਵੀ ਮੂਰਤ ਨੂੰ ਦੇਖ ਕੇ ਤਾਂ ਅਸੀਂ ਆਖ ਦਿੰਦੇ ਹਾਂ, ਇਹ ਚਿੱਤਰ ਕਿਸਨੇ ਬਣਾਇਆ ਹੈ, ਇਸ ਨੂੰ ਕੌਣ ਬਣਾਉਣ ਵਾਲਾ ਹੈ। ਉਸ ਦਾ ਪਤਾ ਵਗੈਰਾ ਵੀ ਆਪਾਂ ਪੁੱਛਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਕਬੀਰ ਜੀ ਆਖਦੇ ਨੇ, ਚਰਚਾ ਰਚਿਤ ਚਿੱਤਰ ਹੈ ਭਾਰੀ, ਜਿਸਨੇ ਇਸ ਸੰਸਾਰ ਦੇ ਚਿੱਤਰ ਨੂੰ, ਪੂਰੀ ਸ੍ਰਿਸ਼ਟੀ ਨੂੰ ਬਣਾਇਆ ਹੈ। ਤਜ ਚਿਤਰੈ ਚੇਤੋ ਚਿਤਕਾਰੀ, ਤੂੰ ਉਸ ਪਰਮਾਤਮਾ ਨੂੰ ਸਿਮਰ, ਜਿਸਨੇ ਪੂਰੀ ਸ੍ਰਿਸ਼ਟੀ ਦੀ ਮੂਰਤ ਨੂੰ ਬਣਾਇਆ ਹੈ। ਇਸ ਵਰਗੀ ਮੂਰਤ ਉਸ ਸੰਸਾਰ ਦੇ ਵਿੱਚ ਹੋਰ ਕੋਈ ਬਣਾਉਣ ਵਾਲਾ ਨਹੀਂ। ਚਿੱਤਰ ਬਚਿੱਤਰ ਇਹ ਹੈ ਅਵਚੇਰਾ, ਤੂੰ ਕਿਉਂ ਇਸ ਚਿੱਤਰ ਦੇ ਵਿੱਚ ਆ ਕੇ ਲੜਾਈ ਝਗੜੇ ਦੇ ਵਿੱਚ ਪੈਂਦਾ ਹੈ, ਕਿਉਂ ਤੂੰ ਗਲਤ ਕੰਮ ਕਰਦਾ ਹੈ। ਤਜ ਚਿਤਰੈ ਚਿਤ ਰਾਖ ਚਿਤੇਰਾ, ਸਤਿਗੁਰੂ ਜੀ ਆਖਦੇ ਨੇ, ਜਿਸਨੇ ਚਿੱਤਰ ਨੂੰ ਬਣਾਇਆ ਹੈ, ਜਿਸਨੇ ਮੂਰਤ ਨੂੰ ਬਣਾਇਆ ਹੈ, ਉਸ ਦੇ ਸ਼ੁਕਰਾਨੇ ਦੇ ਵਿੱਚ ਜੁੜ। ਜਿਸਨੇ ਤੇਰੀ ਸਰੀਰ ਰੂਪੀ ਕਾਲ ਨੂੰ ਘੜਿਆ ਹੈ, ਇਸ ਸਰੀਰ ਨੂੰ ਘੜ ਕੇ ਤਿਆਰ ਕੀਤਾ ਹੈ, ਉਸ ਦਾ ਸ਼ੁਕਰਾਨਾ ਕਰ। ਇੱਕ ਬਚਨ ਰਾਮਕਲੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਜੀ ਦਾ ਆਉਂਦਾ ਹੈ। ਉਹ ਸਮਝਾਉਂਦੇ ਨੇ, ਅਨੇਕਾਂ ਚਿੱਤਰਕਾਰ ਭਾਂਤ ਭਾਂਤ ਤਰੀਕੇ ਦੇ ਨਾਲ, ਲੱਕੜ ਦੇ ਨਾਲ, ਧਾਤ ਦੇ ਨਾਲ, ਕਾਗਜ਼ ਦੇ ਨਾਲ, ਪਲਾਸਟਿਕ ਦੇ ਨਾਲ ਮੂਰਤਾਂ ਬਣਾਉਂਦੇ ਨੇ। ਪਰ ਮਾਤਰ ਇੱਕੋ ਚਿੱਤਰਕਾਰ ਐਸਾ ਹੈ, ਜਿਸਨੇ ਪਾਣੀ ਤੋਂ ਮਨੁੱਖਾ ਸਰੀਰ ਦੀ ਮੂਰਤ ਬਣਾਈ ਹੈ। ਪੰਚਮ ਪਾਤਸ਼ਾਹ ਜੀ ਦਾ ਬਚਨ ਹੈ, ਇਸ ਪਾਣੀ ਤੇ ਜਿਨ ਤੂੰ ਭਰਿਆ। ਪਾਣੀ ਤੋਂ ਪਾਓ ਆਪਾਂ ਸਾਰੇ ਜਾਣਦੇ ਹਾਂ, ਪਿਤਾ ਦਾ ਬਿੰਦ, ਪਿਤਾ ਦੇ ਵਿਰਜ ਤੋਂ ਇਹ ਮਨੁੱਖ ਦੀ ਘਾੜ ਘੜੀ ਗਈ ਹੈ। ਇਸ ਪਾਣੀ ਦੇ ਜਿਨ ਤੂੰ ਭਰਿਆ, ਮਾਟੀ ਕਾਲੇ ਦੇਹਰਾ ਕਰਿਆ। ਇਸ ਮੱਟੀ ਦੇ ਇਸ ਸਰੀਰ ਨੂੰ ਤਿਆਰ ਕੀਤਾ, ਉਕਤ ਜੋਤ ਲੈ ਸੁਰਤ ਪਰਿਖਿਆ। ਇਸ ਦੇ ਵਿੱਚ ਜੋਤ ਵੀ ਵਸਾਈ ਹੈ ਤੇ ਇਸ ਦੇ ਵਿੱਚ ਸੁਰਤੀ ਦੀ ਤਾਕਤ ਵੀ ਉਸ ਪਰਮਾਤਮਾ ਨੇ ਦਿੱਤੀ ਹੈ। ਮਾਤ ਗਰਭ ਮੈਂ ਜਿਨ ਤੂੰ ਰੱਖਿਆ, ਆਖਦੇ ਨੇ ਉਸ ਪਰਮਾਤਮਾ ਦਾ ਸ਼ੁਕਰਾਨਾ ਕਰ, ਜਿਸਨੇ ਤੈਨੂੰ ਮਾਂ ਦੇ ਗਰਭ ਦੇ ਵਿੱਚ ਰੱਖਿਆ, ਉਸ ਅੱਗ ਦੇ ਵਿੱਚ ਰੱਖਿਆ। ਇੱਕ ਬਚਨ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਆਉਂਦਾ ਹੈ। ਇਸ ਦੇ ਵਿੱਚ ਸ਼ੁਕਰਾਨੇ ਦੇ ਸਾਰੇ ਬੋਲ ਭਾਈ ਗੁਰਦਾਸ ਜੀ ਸਾਨੂੰ ਸਮਝਾਉਂਦੇ ਨੇ। ਆਖਦੇ ਨੇ, ਸਰੀਰ ਦਿੱਤਾ ਹੈ, ਸਾਰੇ ਅੰਗ ਦਿੱਤੇ ਨੇ, ਤੈਨੂੰ ਇਹਨਾਂ ਅੰਗਾਂ ਦੇ ਵਿੱਚ ਸਵਾਸ ਪਾਈ ਹੈ। ਸਤਿਗੁਰੂ ਨੇ ਤੇਰੇ ਉੱਤੇ ਇੰਨੀ ਕਿਰਪਾ ਕੀਤੀ ਹੈ, ਪਰ ਤੂੰ ਜਿਸਨੇ ਸਰੀਰ ਦਿੱਤਾ ਉਸ ਨੂੰ ਭੁੱਲ ਜਾਣਾ ਹੈ। ਭਾਈ ਗੁਰਦਾਸ ਜੀ ਦੇ ਬਚਨ ਨੇ, ਰਕਤ ਬਿੰਦ ਕਰ ਨਿਮਿਆ, ਚਿੱਤਰ ਚਲਿਤਰ ਬਚਿਤ ਬਣਾਇਆ।
रकत तो पाओ खून, खून तो पाओ ओ बिंद तैयार होया, बिंद तो पाओ निम्या तो पाओ एक निक्का जा सैल बनया। उस सैल दे नाल तेरे शरीर दी तैयारी होई, एक चित्र बनया। चित्र चलित्र, फिर एक चित्र इस संसार दे विच आके कई प्रकार दे चलित्र करदा है। बचित्र बनाया, बचित्र प्रकार दे कई प्रकार दे एक कारनामे इस संसार दे विच करदा है। भाई गुरदास जी आखदे ने गर्भ कुंड विच रख, गर्भ कुंड विच रखिया जियो पाए तन साज सुहाया। आखदे ने माता दे गर्भ कुंड दे विच, उस अगन दे विच उस परमात्मा ने तेनू रखिया। इस शरीर दे विच जिंद पा दिती ते इस शरीर दी साजना कीती। कई बारी आपां आखदे हां कि शरीर पहला आया कि जिंद पहला आई। भाई गुरदास जी भी स्पष्ट करदे ने पहला जेड़ा है भांडा तैयार होया, उस भांडे दे विच फिर जिंद नूं पा दिता। उदाहरण दे तौर ते जे आपां किसी दे कोलों दुध या कोई वस्तु लैण वास्ते जाइए, पहला सानू झोले दी लोड़ होवेगी, पहला सानू भांडे दी लोड़ पेगी, फिर उस दे विच आपां ओह वस्तु लैके आ सकदे हां। उस सतगुरु ने पहला भांडा तैयार किया, उस दे विच जिंद नूं पाया। अगा आखदे ने मात जिंद नूं नहीं पाया, मूंह अखी दे नक कन हथ पैर दंद बाल बनाया। उस परमात्मा ने बोलण वास्ते, खाण वास्ते तेनू मूंह दिता, देखण वास्ते अखां दित्तियां। नक कन हथ पैर दंद, इतों तक तेरी साजना करके सोना दाड़ा ते तेनू उसने केस दिते। सतगुरु जी आखदे ने मात्र इन्हां नूं बनाउण तक सीमित नहीं। अगला समझाउंदे ने भाई गुरदास जी, दृष्ट शब्द गर्त सुरत लिव, राग रंग रस परस लुभाया। मात्र ਇਹ ਤੈਨੂੰ ਇੰਦਰੇ ਦਿੱਤੇ ਨੇ, ਇਹਨਾਂ ਦੇ ਵਿੱਚ ਪਰਮਾਤਮਾ ਨੇ ਤਾਕਤ ਵੀ ਪਾ ਦਿੱਤੀ ਕਿ ਨੱਕ ਦੇ ਨਾਲ ਤੂੰ ਗੰਧ ਸੁੰਘ ਸਕਦਾ ਹੈ, ਅੱਖਾਂ ਦੇ ਨਾਲ ਦ੍ਰਿਸ਼ਟ ਤੋਂ ਭਾਵ ਦੇਖ ਸਕਦਾ ਹੈ, ਸ਼ਬਦ ਤੋਂ ਭਾਵ ਮੂੰਹ ਦੇ ਨਾਲ ਤੂੰ ਸ਼ਬਦ ਬੋਲ ਸਕਦਾ ਹੈ, ਗਤ ਇਸ ਸਰੀਰ ਦੇ ਨਾਲ ਤੂੰ ਹਰਕਤ ਕਰ ਸਕਦਾ ਹੈ। ਤੈਨੂੰ ਸੁਰਤ ਦਿੱਤੀ ਹੈ ਉਸ ਪਰਮਾਤਮਾ ਦੇ ਨਾਲ ਜੁੜਨ ਵਾਸਤੇ। ਤੈਨੂੰ ਲਿਵ ਦਿੱਤੀ ਹੈ, ਰਾਗ ਤੋਂ ਭਾਵ ਕੰਨ ਦਿੱਤੇ ਨੇ ਤੈਨੂੰ ਰਾਗ ਨਾਦ ਸੁਣਨ ਵਾਸਤੇ। ਰੰਗ ਰਸ ਪਰਸ ਲੁਭਾਇਆ, ਤਵਚਾ ਤੈਨੂੰ ਦਿੱਤੀ ਹੈ ਸਪਰਸ਼ ਵਾਸਤੇ। ਇੰਨਾ ਕੁਝ ਸਤਿਗੁਰੂ ਨੇ ਤੇਰੇ ਬਿਨਾ ਮੰਗਿਆ ਤੈਨੂੰ ਦੇ ਦਿੱਤਾ, ਤੂੰ ਉਸ ਦੇ ਸ਼ੁਕਰਾਨੇ ਦੇ ਵਿੱਚ ਜੁੜ। पर भाई गुरदास जी आखदे ने मनुख जदों इस शरीर नूं लेके धरती दे उत्ते आ जांदा है, होंदा की है समझाउणा करदे ने, होए सियाणा समझिया करता छड़ किते लपटाया। जदों वड्डा हो जांदा है अपने आप नूं सियाणा समझण लग पैंदा है। उस करते नूं जेड़ा बनाउण वाला है उस नूं भुल जांदा है, उस करतार दीआं बनाईआं होईआं चीज़ां दे विच लुप्त हो जांदा है। करता छड़ किते लपटाया। अगा आखदे ने गुर पूरे बिन मोहिया माया। बिना गुरु दी संगत कितियां तो मनुख माया दे विच मोहिया रहिंदा है, उस नूं समझ दे विच नहीं आउंदी। इस शरीर दा शुकराना किस तरीके दे नाल करना है। इत्थों तक आपां सुखमनी साहिब जी दी बाणी पढ़दे हां, उस दे विच एक अष्टपदी आंदी है बई निक्की निक्की चीज़ां दा असी उस मालिक दा शुकराना किवें करना है।
ओ अष्टपदीय जे प्रसाद छतिय अमृत खाहे, जे तू स्वाद ले भोजन छकदा है। तिस ठाकुर को रख मन माए, उस परमात्मा दा सिमरन करी। जे प्रसाद सुगंधत तन लावै, जे अपने तन दे उत्ते तू इत्र वगैरह सेंट वगैरह भी लाउना है, तिसको सिमरत परमगत पाहे। फिर भी उस परमात्मा दा सुकरन करी, जे प्रसाद बसै सुख मंदर। जे सोने घर दे विच तू बसदा है, तिसै ध्याए सदा मन अंदर। फिर भी अपने मन अंदर दे विच उस दे ध्यान तू करी, उस दा शुकराना करी। मात्र इस शरीर दे वल्लों ही उस दे शुकराने दे विच जुड़ जाई, तेरा पार उतारा हो जाएगा। जे दुनियावी आपां शुकराने दी गल करनी है, एक छोटी जी इतिहास दे विचों मैं आप संगतां दे नाल साखी सांझी करके समाप्ति कर देना हां। ਆਪਾਂ ਸਾਰਿਆਂ ਨੇ ਸਾਖੀ ਸੁਣੀ ਹੋਈ ਹੈ। ਭਾਈ ਫੱਗੂ ਜੀ ਹੋਏ ਨੇ ਬਿਹਾਰ ਦੇ ਰਹਿਣ ਵਾਲੇ। ਉਹ ਨਿਤਨੇਮੀ ਸੀ, ਗੁਰੂ ਦੇ ਪਿਆਰੇ ਸਿੱਖ ਸੀ, ਜੀਵਨ ਵਾਲੇ ਸੀ। ਉਹਨਾਂ ਦਾ ਕੰਮ ਸੀ ਕਾਰ ਪੇਟ ਇਕੱਠੀ ਕਰਨੀ, ਜੋ ਦੌਲਤ ਜੋ ਮਾਇਆ ਇਕੱਠੀ ਹੋਣੀ ਸਤਿਗੁਰੂ ਜੀ ਨੂੰ ਪਹੁੰਚਾ ਦੇਣੀ। ਬੜੇ ਹੀ ਪ੍ਰੇਮ ਨਾਲ ਸੇਵਾ ਕਰਦੇ ਸੀ, ਉਹ ਬਾਣੀ ਪੜ੍ਹਦੇ ਸੀ। ਉਹਨਾਂ ਨੇ ਇੱਕ ਦਿਨ ਆਪਣੇ ਮਕਾਨ ਬਣਾਉਣ ਦੀ ਤਿਆਰੀ ਕੀਤੀ। ਮਕਾਨ ਪੂਰਾ ਬਣ ਗਿਆ। ਮਿਸਤਰੀ ਨੂੰ ਆਖਦੇ ਨੇ ਕਿ ਮੇਰੇ ਘਰ ਦਾ ਦਰਵਾਜ਼ਾ ਉੱਚਾ ਰੱਖੀ। ਮਿਸਤਰੀ ਆਖਦਾ ਹੈ ਕਿੰਨਾ ਕੁ ਉੱਚਾ ਰੱਖਣਾ ਹੈ। ਭਾਈ ਫੱਗੂ ਜੀ ਆਖਦੇ ਨੇ, ਇਤਿਹਾਸ ਵਿੱਚ ਉਹਨਾਂ ਨੂੰ ਚਾਚਾ ਫੱਗੂ ਕਰਕੇ ਵੀ ਸੰਬੋਧਨ ਕੀਤਾ ਜਾਂਦਾ ਹੈ। ਭਾਈ ਫੱਗੂ ਜੀ ਆਖਦੇ ਨੇ ਦਰਵਾਜ਼ਾ ਇੰਨਾ ਉੱਚਾ ਰੱਖਣਾ ਹੈ ਕਿ ਘੋੜੇ ਸਮੇਤ ਸਰੀਰ ਅੰਦਰ ਆ ਸਕੇ। ਉਹ ਪੁੱਛਣ ਲੱਗ ਪਿਆ, ਤੁਸੀਂ ਤਾਂ ਕਦੇ ਘੋੜੇ ਸਮੇਤ ਅੰਦਰ ਆਉਂਦੇ ਨਹੀਂ ਹੋ, ਫਿਰ ਇਹ ਕਿਸ ਵਾਸਤੇ? ਭਾਈ ਫੱਗੂ ਜੀ ਆਖਦੇ ਨੇ, ਮੈਂ ਇਹ ਮਕਾਨ ਬਣਾਉਂਦਾ ਪਿਆ ਹਾਂ, ਤਿਆਰ ਕਰਦਾ ਪਿਆ ਹਾਂ। ਇਸ ਦੇ ਅੰਦਰ ਮੈਂ ਬੈੱਡ ਵੀ ਲਾਏ ਨੇ, ਬਿਸਤਰੇ ਵੀ ਲਾਏ ਨੇ, ਪਰ ਮੈਂ ਉਦੋਂ ਤੱਕ ਇਸ ਦੇ ਵਿੱਚ ਨਿਵਾਸ ਨਹੀਂ ਕਰਨਾ ਜਦੋਂ ਤੱਕ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਮੇਰੇ ਘਰ ਦੇ ਵਿੱਚ ਚਰਨ ਨਹੀਂ ਪਾ ਦਿੰਦੇ। ਕਿਸੇ ਨੇ ਆਖਿਆ, ਉਹ ਪੰਜਾਬ ਰਹਿੰਦੇ ਨੇ, ਤੁਸੀਂ ਇੱਥੇ ਰਹਿੰਦੇ ਹੋ, ਉਹ ਕਦੋਂ ਆਣਗੇ ਤੇ ਕਦੋਂ ਤੂੰ ਵਾਸਾ ਕਰੇਗਾ? ਭਾਈ ਫੱਗੂ ਜੀ ਆਖਦੇ ਨੇ, ਮੈਂ ਬਾਣੀ ਪੜ੍ਹਦਾ ਹਾਂ, ਚਰਨ ਸਰਣ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਆਖਦੇ ਨੇ, ਸਿੱਖ ਜੇ ਭਾਵਨਾ ਨਾਲ ਆਪਣੇ ਗੁਰੂ ਨੂੰ ਚੇਤਾ ਕਰੇ ਤੇ ਉਹ ਕਰੋੜਾਂ ਮੀਲ ਦੂਰ ਚੱਲ ਕੇ ਵੀ ਆਪਣੇ ਸਿੱਖ ਦੀ ਭਾਵਨਾ ਨੂੰ ਸਮਝਦਾ ਹੈ, ਇੱਛਾ ਪੂਰੀ ਕਰਦਾ ਹੈ। समय आया, तेग बहादुर साहिब जी महाराज बिहार वाले इधरले पासे प्रचार दौरे ते गए ने। काशी संगतां दे नाल पहुंचे ने। संगतां नूं छड्ड के भाई फग्गू दे पिंड सासर राम विच पहुंच जांदे ने। भाई फग्गू ने कदे दर्शन भी नहीं कीते सी। जदों बहार आंदा है, घोड़े दे उत्ते सतगुरु जी नूं देखदा है, चेहरे दे उत्ते नूर नूं देखदा है, अखां चकत रह जांदियां ने। फिर सतगुरु जी बचन करदे ने, भाई फग्गू तू इन्ने प्रेम दे नाल सानू चेते करदा सी, सानू याद करदा सी, अज असी आ गए हां, तू साडा शुकराना भी नहीं करदा पिया। ਜਦੋਂ ਭਾਈ ਫੱਗੂ ਨੂੰ ਸਮਝ ਦੇ ਵਿੱਚ ਆਂਦੀ ਹੈ, ਭੱਜ ਕੇ ਸਤਿਗੁਰੂ ਦੇ ਚਰਨ ਫੜ ਲੈਂਦਾ ਹੈ ਅਤੇ ਘੋੜੇ ਤੋਂ ਉਤਾਰ ਕੇ ਆਪਣੇ ਮਕਾਨ ਦੇ ਵਿੱਚ ਲੈ ਕੇ ਜਾਂਦਾ ਹੈ। ਜਿਸ ਬੈਠ ਦੇ ਕੋਲ ਰੋਜ਼ ਬੈਠ ਕੇ ਬਾਣੀ ਪੜ੍ਹ ਕੇ ਅਰਦਾਸ ਕਰਦਾ ਸੀ, ਸਤਿਗੁਰੂ ਜੀ ਆਣਗੇ ਤਾਂ ਮੈਂ ਵਾਸਾ ਕਰਾਂਗਾ,
ਉਸ ਬੈਠ ਦੇ ਉੱਤੇ ਬਿਠਾ ਕੇ ਸਤਿਗੁਰੂ ਜੀ ਦਾ ਸ਼ੁਕਰਾਨਾ ਕਰਦਾ ਹੈ। ਜੇ ਆਪਾਂ ਸ਼ੁਕਰਾਨਾ ਕਰਨਾ ਹੈ, ਨਿੱਕੀਆਂ ਨਿੱਕੀਆਂ ਚੀਜ਼ਾਂ ਦੇ ਵਿੱਚੋਂ ਕਰੀਏ, ਸਾਰੀਆਂ ਦਾਤਾਂ ਉਹਦੀਆਂ ਨੇ। ਇੱਥੋਂ ਤੱਕ ਇਹ ਸਰੀਰ, ਇਹ ਤਨ, ਇਹ ਮਨ, ਇਹ ਸਭ ਕੁਝ ਉਹਦਾ ਦਿੱਤਾ ਹੋਇਆ ਹੈ। ਇੱਕ ਘੜੀ ਦਾ ਇਸ ਦਾ ਵਿਸਾ ਨਹੀਂ। ਸੋ ਆਪਾਂ ਗੁਰੂ ਦੇ ਸ਼ੁਕਰਾਨੇ ਦੇ ਵਿੱਚ ਆਪਣੇ ਜੀਵਨ ਨੂੰ ਬਤੀਤ ਕਰੀਏ। ਜਿਵੇਂ ਨੌਵੇਂ ਪਾਤਸ਼ਾਹ ਜੀ ਅੱਜ ਦੇ ਸ਼ਲੋਕ ਦੇ ਵਿੱਚ ਬਚਨ ਕਰ ਰਹੇ ਨੇ, ਧਨ ਤਨ ਸੰਪੈ ਸੁਖ ਦਿਓ ਅਰਜੇ ਨੀਕੇ ਤਾਮ, ਜਿਸਨੇ ਸਾਰੇ ਪਦਾਰਥ ਦਿੱਤੇ ਨੇ। ਧਨ ਦਿੱਤਾ ਹੈ ਤੈਨੂੰ, ਸੋਨਾ ਘਰ ਦਿੱਤਾ ਹੈ, ਕਹੋ ਨਾਨਕ ਸੁਨ ਰੇ ਮਨਾ। ਸਿਮਰਤ ਕਾਹੇ ਨਾ ਨਾਮ, ਆਖਦੇ ਨੇ ਉਸ ਪਰਮਾਤਮਾ ਦੇ ਨਾਮ ਨੂੰ ਸਿਮਰ, ਉਸ ਨੂੰ ਨਾ ਭੁਲਾ। ਸੋ ਆਓ ਆਪਾਂ ਵੀ ਸਤਿਗੁਰੂ ਜੀ ਦਾ ਸ਼ੁਕਰਾਨਾ ਕਰੀਏ। ਗੁਰੂ ਸਾਹਿਬ ਜੀ ਨੇ ਸਾਨੂੰ ਸੋਹਣਾ ਸਰੀਰ ਦਿੱਤਾ ਹੈ, ਖਾਣ ਵਾਸਤੇ ਪਦਾਰਥ ਦਿੱਤੇ ਨੇ, ਰਹਿਣ ਵਾਸਤੇ ਘਰ ਦਿੱਤਾ ਹੈ। ਸ਼ੁਕਰਾਨੇ ਦੇ ਵਿੱਚ ਆਪਣੇ ਜੀਵਨ ਨੂੰ ਬਤੀਤ ਕਰੀਏ ਤਾਂ ਕਿ ਇਹ ਮਨੁੱਖ ਜੀਵਨ ਸਫਲਾ ਹੋ ਸਕੇ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ क्षमा ਬਖਸ਼ਣੀ ਸਾਧ ਸੰਗਤ ਅਤੇ ਗੁਰੂ ਬਖਸ਼ਣ ਜੋਗ ਹੈ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ 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 ਜੀ।